Kanchan Outlook. ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 516ਵੇਂ ਅੰਗ 'ਤੇ ਵਿਰਾਜਮਾਨ ਗੁਰਬਾਣੀ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਪਹਿਲਾਂ ਤਾਂ ਸਾਨੂੰ ਢਾਡੀ ਦੀ ਪਰਿਭਾਸ਼ਾ ਦਿੰਦੇ ਹਨ। ਢਾਡੀ ਸ਼ਬਦ ਸੁਣਦੇ ਹੀ ਸਾਡੇ ਮਨਾਂ ਦੇ ਵਿੱਚ ਉਹਨਾਂ ਸਿੰਘ ਸਾਹਿਬਾਨਾਂ ਦੀਆਂ ਤਸਵੀਰਾਂ ਆ ਜਾਂਦੀਆਂ ਹਨ ਜੋ ਗੁਰੂ ਘਰਾਂ ਦੇ ਵਿੱਚ ਖਾਸ ਕਰਕੇ ਨਗਰ ਕੀਰਤਨਾਂ ਦੇ ਵਿੱਚ ਵਾਰਾਂ ਗਾਉਂਦੇ ਹਨ। ਪਰ ਢਾਡੀ ਸ਼ਬਦ ਦਾ ਅਸਲ ਦੇ ਵਿੱਚ ਅਰਥ ਕੀ ਹੈ, ਇਹ ਅਸੀਂ ਅੱਜ ਦੀ ਗੁਰਬਾਣੀ ਤੋਂ ਜਾਣਾਂਗੇ। ਇਸ ਤੋਂ ਇਲਾਵਾ ਗੁਰੂ ਸਾਹਿਬ ਦੇਵਤਿਆਂ ਦੇ ਬਾਰੇ 'ਚ ਵੀ ਇੱਕ ਮਹੱਤਵਪੂਰਨ ਤੱਥ ਸਾਨੂੰ ਜਾਂ ਗੱਲ ਸਾਨੂੰ ਦੱਸ ਜਾਂਦੇ ਹਨ। ਅਤੇ ਤੀਸਰੇ ਨੰਬਰ 'ਤੇ ਡਰ ਬਾਰੇ ਗੱਲ ਕਰਦੇ ਹਨ। ਆਪਾਂ ਅਕਸਰ ਹੀ ਕਹਿੰਦੇ ਹਾਂ ਕਿ ਨਿਡਰ ਹੋਣਾ ਚਾਹੀਦਾ ਹੈ। ਅਸੀਂ ਬੱਚਿਆਂ ਨੂੰ ਬਹੁਤ ਛੋਟੀ ਉਮਰ ਤੋਂ ਹੀ ਇਹ ਪਾਠ ਪੜ੍ਹਾਉਣ ਲੱਗ ਜਾਂਦੇ ਹਾਂ ਕਿ ਨਿਡਰ ਬਣੋ, ਕਿ ਮੇਰਾ ਪੁੱਤ ਸ਼ੇਰ ਹੈ, ਮੇਰੀ ਧੀ ਸ਼ੇਰਨੀ ਹੈ, ਕਿ ਡਰਨਾ ਨਹੀਂ ਕਿਸੇ ਤੋਂ। ਪਰ ਗੁਰੂ ਅਮਰਦਾਸ ਸਾਹਿਬ ਇਸ ਦੇ ਉਲਟ ਸਾਨੂੰ ਸੁਝਾ ਰਹੇ ਹਨ ਕਿ ਸਾਨੂੰ ਡਰ ਕੇ ਰਹਿਣਾ ਚਾਹੀਦਾ। ਇਹ ਕਿਹੜਾ ਡਰ ਹੈ ਜਿਸ ਦੇ ਅਧੀਨ ਸਾਨੂੰ ਰਹਿਣਾ ਚਾਹੀਦਾ ਹੈ ਅਤੇ ਕਿਉਂ ਰਹਿਣਾ ਚਾਹੀਦਾ ਹੈ, ਇਹ ਸਾਰਾ ਕੁਝ ਗੁਰੂ ਸਾਹਿਬ ਦੱਸਦੇ ਨੇ। ਸੋ ਆਓ ਇਹਨਾਂ ਤਿੰਨਾਂ ਹੀ ਗੱਲਾਂ ਬਾਰੇ ਵਿਸਥਾਰ ਦੇ ਵਿੱਚ ਜਾਣੀਏ। ਮਹਿਲਾ ਤੀਜਾ। ਬਿਨ ਸਤਿਗੁਰ ਸੇਵੇ ਸ਼ਾਂਤ ਨਾ ਆਵਈ, ਦੂਜੀ ਨਾਹੀ ਜਾਏ। ਜੇ ਬਹੁ ਤੇਰਾ ਲੋਚੀਐ, ਬਿਨ ਕਰਮ ਨ ਪਾਇਆ ਜਾਏ। ਸਤਿਗੁਰੂ ਦੀ ਦੱਸੀ ਹੋਈ ਸੇਵਾ ਕੀਤੇ ਬਿਨਾਂ ਸ਼ਾਂਤੀ ਨਹੀਂ ਆਉਂਦੀ। ਬਿਨ ਸਤਿਗੁਰ ਸੇਵੇ ਸ਼ਾਂਤ ਨਾ ਆਵਈ, ਦੂਜੀ ਨਾਹੀ ਜਾਏ। ਅਤੇ ਸਤਿਗੁਰੂ ਤੋਂ ਬਿਨਾਂ ਹੋਰ ਕੋਈ ਥਾਂ ਹੈ ਵੀ ਨਹੀਂ ਜਿੱਥੋਂ ਅਸੀਂ ਸ਼ਾਂਤੀ ਹਾਸਲ ਕਰ ਸਕੀਏ। ਜੇ ਬਹੁ ਤੇਰਾ ਲੋਚੀ ਹੈ, ਭਾਵੇਂ ਕਿੰਨੀ ਹੀ ਤਾਂਘ ਕਰ ਲਈਏ, ਬਿਨ ਕਰਮੈ ਨਾ ਪਾਇਆ ਜਾਏ। ਪ੍ਰਭੂ ਦੀ ਮਿਹਰ ਤੋਂ ਬਿਨਾਂ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿਨ੍ਹਾਂ ਅੰਤਰ ਲੋਭ ਵਿਕਾਰ ਹੈ, ਦੂਜੈ ਪਾਏ ਖੁਆਏ। ਜੰਮਣ ਮਰਨ ਨਾ ਚੁੱਕਈ, ਹਉਮੈ ਵਿੱਚ ਦੁੱਖ ਪਾਏ। ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਦੇ ਵਿੱਚ ਲੋਭ ਹੈ, ਵਿਕਾਰ ਹਨ, ਉਹ ਮਾਇਆ ਦੇ ਪਿਆਰ ਵਿੱਚ ਭੁੱਲੇ ਹੋਏ ਹਨ। ਦੂਜਾ ਪਾਏ ਖੁਆਏ। ਉਹਨਾਂ ਦਾ ਜੰਮਣ ਮਰਨ ਮੁੱਕਦਾ ਨਹੀਂ ਹੈ। ਆਪਣੇ ਹੰਕਾਰ ਦੇ ਵਿੱਚ ਰਹਿ ਕੇ ਕਲੇਸ਼ ਉਠਾਉਂਦੇ ਹਨ, ਸਦਾ ਹੀ ਦੁੱਖ ਪਾਉਂਦੇ ਹਨ। ਜਿਨ੍ਹਾਂ ਸਤਿਗੁਰ ਸਿਓ ਚਿੱਤ ਲਾਇਆ, ਸੋ ਖਾਲੀ ਕੋਈ ਨਾਹੀਂ। ਤਿਨ ਜਮ ਕੀ ਤਲਬ ਨਾ ਹੋਵਈ, ਨਾ ਓਏ ਦੁੱਖ ਸਹਾਏ। ਜਿਨ੍ਹਾਂ ਮਨੁੱਖਾਂ ਨੇ ਆਪਣੇ ਸਤਿਗੁਰੂ ਨਾਲ ਚਿੱਤ ਜੋੜਿਆ ਹੈ, ਸੋ ਖਾਲੀ ਕੋਈ ਨਾਹੀਂ। ਉਹਨਾਂ ਦੇ ਵਿੱਚੋਂ ਪ੍ਰਭੂ ਦੇ ਮਿਲਾਪ ਤੋਂ ਕੋਈ ਵੀ ਵਾਂਝਾ ਨਹੀਂ ਰਿਹਾ। ਤਿਨ ਜਮ ਕੀ ਤਲਬ ਨਾ ਹੋਵਈ, ਨਾ ਤੇ ਉਹਨਾਂ ਨੂੰ ਜਮ ਦਾ ਸੱਦਾ ਪੈਂਦਾ ਅਤੇ ਨਾ ਹੀ ਉਹ ਦੁੱਖ ਸਹਿੰਦੇ ਹਨ। ਭਾਵ ਕਿ ਨਾ ਤੇ ਉਹਨਾਂ ਨੂੰ ਮੌਤ ਦਾ ਡਰ ਰਹਿੰਦਾ ਹੈ ਅਤੇ ਨਾ ਹੀ ਜੀਵਨ ਦੇ ਵਿੱਚ ਹੋਣ ਵਾਲੀਆਂ ਛੋਟੀਆਂ ਵੱਡੀਆਂ ਘਟਨਾਵਾਂ ਉਹਨਾਂ ਨੂੰ ਦੁਖੀ ਕਰਦੀਆਂ ਨੇ। ਨਾਨਕ ਗੁਰਮੁਖ ਉਬਰੇ, ਸੱਚਾ ਸ਼ਬਦ ਸਮਾਹੇ। ਹੇ ਨਾਨਕ, ਜੋ ਮਨੁੱਖ ਗੁਰੂ ਦੇ ਸਨਮੁਖ ਹੋਏ ਹਨ, ਉਹ ਦੁੱਖਾਂ ਤੋਂ ਬਚ ਗਏ ਹਨ ਅਤੇ ਸੱਚੇ ਸ਼ਬਦ ਵਿੱਚ ਲੀਨ ਰਹਿੰਦੇ ਹਨ। ਦੁੱਖਾਂ ਤੋਂ ਬਚ ਜਾਣ ਦਾ ਭਾਵ ਇਹ ਨਹੀਂ ਕਿ ਜੀਵਨ ਦੇ ਵਿੱਚੋਂ ਦੁੱਖ ਭਰੀਆਂ ਸਥਿਤੀਆਂ ਖਤਮ ਹੋ ਜਾਂਦੀਆਂ ਨੇ। ਇਹ ਨਹੀਂ ਕਿ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਘਾਟੇ ਨਹੀਂ ਹੁੰਦੇ, ਜਾਂ ਉਹਨਾਂ ਦੇ ਆਸ-ਪਾਸ ਵਾਲੇ ਲੋਕ ਉਹਨਾਂ ਨੂੰ ਛੱਡ ਕੇ ਨਹੀਂ ਜਾਂਦੇ, ਜਾਂ ਉਹਨਾਂ ਨਾਲ ਕੋਈ ਧੋਖੇ ਧੜੀਆਂ ਨਹੀਂ ਹੁੰਦੀਆਂ। ਫਰਕ ਇਹਨਾਂ ਪੈ ਜਾਂਦਾ ਹੈ ਕਿ ਜੋ ਗੁਰਮੁਖ ਹੋ ਗਿਆ, ਉਹ ਸਥਿਰ ਅਵਸਥਾ ਦਾ ਮਾਲਕ ਬਣ ਜਾਂਦਾ ਹੈ ਅਤੇ ਇਸ ਅਵਸਥਾ ਦੇ ਵਿੱਚ ਜੀਵਨ ਵਿੱਚ ਘਟਣ ਵਾਲੀਆਂ ਘਟਨਾਵਾਂ ਦੁਖੀ ਨਹੀਂ ਕਰਦੀਆਂ। ਘਟਨਾਵਾਂ ਘਟਣੀਆਂ ਬੰਦ ਨਹੀਂ ਹੋ ਜਾਂਦੀਆਂ, ਪਰ ਉਹ ਘਟਨਾਵਾਂ ਦੁਖੀ ਨਹੀਂ ਕਰਦੀਆਂ। ਮਨ ਦੀ ਅਵਸਥਾ ਨੂੰ ਹਿਲਾਉਣ ਤੋਂ ਅਸਮਰੱਥ ਹੋ ਜਾਂਦੀਆਂ। ਪੌੜੀ।
ਢਾਡੀ ਤਿਸਨੂੰ ਆਖੀਐ ਜੇ ਖਸਮੈ ਧਰੇ ਪਿਆਰ। ਦਰ ਖੜਾ ਸੇਵਾ ਕਰੇ ਗੁਰ ਸ਼ਬਦੀ ਵਿਚਾਰ। ਇਸ ਪੌੜੀ ਦੇ ਵਿੱਚ ਗੁਰੂ ਸਾਹਿਬ ਦਿੰਦੇ ਹਨ ਢਾਡੀ ਦੀ ਪਰਿਭਾਸ਼ਾ। ਕਹਿੰਦੇ ਜੋ ਮਨੁੱਖ ਆਪਣੇ ਮਾਲਕ ਪ੍ਰਭੂ ਨਾਲ ਪਿਆਰ ਪਾਉਂਦਾ ਹੈ ਉਹ ਪ੍ਰਭੂ ਦਾ ਢਾਡੀ ਅਖਵਾ ਸਕਦਾ ਹੈ। ਢਾਡੀ ਤਿਸਨੂੰ ਆਖੀਐ ਜੇ ਖਸਮੈ ਧਰੇ ਪਿਆਰ। ਜੋ ਆਪਣੇ ਮਾਲਕ ਪ੍ਰਭੂ ਦੇ ਨਾਲ ਪ੍ਰੇਮ ਰੱਖੇ, ਪਿਆਰ ਰੱਖੇ, ਉਹ ਉਸ ਮਾਲਕ ਪ੍ਰਭੂ ਦਾ ਢਾਡੀ ਅਖਵਾ ਸਕਦਾ ਹੈ। ਦਰ ਖੜਾ ਸੇਵਾ ਕਰੇ ਗੁਰ ਸ਼ਬਦੀ ਵਿਚਾਰ। ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਟਿਕ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ, ਗੁਰੂ ਦੇ ਸ਼ਬਦ ਰਾਹੀਂ ਉਸ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦਾ ਹੈ। ਢਾਡੀ ਦਰ ਘਰ ਪਾਏ ਸੀ ਸੱਚ ਰੱਖੈ ਉਰ ਤਾਰ। ਢਾਡੀ ਕਾ ਮਹਲ ਅਗਲਾ ਹਰ ਕੈ ਨਾਏ ਪਿਆਰ। ਜਿਉਂ-ਜਿਉਂ ਉਹ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਉਹ ਪ੍ਰਭੂ ਦੇ ਚਰਨਾਂ ਵਿੱਚ ਜੁੜਦਾ ਜਾਂਦਾ ਹੈ, ਉਸ ਨੂੰ ਪ੍ਰਭੂ ਦੀ ਪ੍ਰਾਪਤੀ ਹੁੰਦੀ ਜਾਂਦੀ ਹੈ। ਢਾਡੀ ਕਾ ਮਹਿਲ ਅਗਲਾ। ਆਮ ਤੌਰ 'ਤੇ ਅਸੀਂ ਜੰਮਣ ਮਰਨ ਵਾਲੀ ਮਾਨਸਿਕ ਅਵਸਥਾ ਦੇ ਵਿੱਚ ਟਿਕੇ ਰਹਿੰਦੇ ਹਾਂ ਕਿ ਛੋਟੀ ਜਿਹੀ ਗੱਲ 'ਤੇ ਖੁਸ਼ ਵੀ ਹੋ ਜਾਂਦੇ ਹਾਂ, ਛੋਟੀ ਜਿਹੀ ਗੱਲ 'ਤੇ ਦੁਖੀ ਵੀ ਹੋ ਜਾਂਦੇ ਹਾਂ। ਗੁਰੂ ਸਾਹਿਬ ਕਹਿੰਦੇ ਜੋ ਢਾਡੀ ਹੈ ਉਹ ਅਗਲਾ ਮਹਿਲ ਹਾਸਲ ਕਰ ਲੈਂਦਾ, ਭਾਵ ਕਿ ਅਡੋਲ ਸਥਿਰ ਆਤਮਿਕ ਅਵਸਥਾ ਹਾਸਲ ਕਰ ਲੈਂਦਾ। ਉਹਦੀ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ। ਕਿਉਂ ਹੋ ਜਾਂਦੀ ਹੈ? ਹਰ ਕੈ ਨਾਏ ਪਿਆਰ, ਕਿਉਂਕਿ ਪ੍ਰਭੂ ਦੇ ਨਾਮ ਵਿੱਚ ਉਹਦਾ ਪਿਆਰ ਹੁੰਦਾ ਹੈ। ਇਸ ਕਰਕੇ ਉਹਦੀ ਆਤਮਿਕ ਅਵਸਥਾ, ਮਾਨਸਿਕ ਅਵਸਥਾ ਉੱਚੀ ਹੋ ਜਾਂਦੀ ਹੈ, ਸਥਿਰ ਹੋ ਜਾਂਦੀ ਹੈ। ਛੋਟੀਆਂ-ਛੋਟੀਆਂ ਘਟਨਾਵਾਂ ਉਸ ਅਵਸਥਾ ਨੂੰ ਹਿਲਾ ਨਹੀਂ ਪਾਉਂਦੀਆਂ। ਢਾਡੀ ਕੀ ਸੇਵਾ ਚਾਕਰੀ ਹਰ ਜਪ ਹਰ ਨਿਸਤਾਰ। ਢਾਡੀ ਇਹੀ ਸੇਵਾ ਕਰਦਾ ਹੈ, ਇਹੀ ਚਾਕਰੀ ਕਰਦਾ ਹੈ ਕਿ ਉਹ ਪ੍ਰਭੂ ਦਾ ਨਾਮ ਜਪਦਾ ਹੈ ਅਤੇ ਪ੍ਰਭੂ ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਸ਼ਲੋਕ ਮਹਿਲਾ ਤੀਜਾ। ਗੁਜਰੀ ਜਾਤ ਗਵਾਰ ਜਾਂ ਸਉ ਪਾਏ ਆਪਣਾ। ਗੁਰ ਕੈ ਸ਼ਬਦ ਵਿਚਾਰ ਅਨ ਦਿਨ ਹਰ ਜਪ ਜਾਪਣਾ। ਮੋਟੀ ਜਾਤ ਦੀ ਗੁਜਰੀ ਕੁਲਵੰਤੀ ਇਸਤਰੀ ਬਣ ਗਈ। ਇੱਥੇ ਗੁਰੂ ਸਾਹਿਬ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅਤੇ ਚੰਦਰਾਵਲ ਵੱਲ ਇਸ਼ਾਰਾ ਕਰਦੇ ਹਨ ਕਿ ਮੋਟੀ ਜਾਤ ਦੀ ਗੁਜਰੀ ਕੁਲਵੰਤੀ ਇਸਤਰੀ ਬਣ ਗਈ, ਉੱਚੀ ਜਾਤ ਵਾਲੀ ਹੋ ਗਈ ਜਦੋਂ ਉਸਨੇ ਆਪਣਾ ਖਸਮ ਲੱਭ ਲਿਆ। ਗੁਜਰੀ ਜਾਤ ਗਵਾਰ ਜਾਂ ਸਹੁ ਪਾਏ ਆਪਣਾ। ਗੁਰ ਕਾ ਸ਼ਬਦ ਵਿਚਾਰ ਅਨ ਦਿਨ ਹਰ ਜਪ ਜਾਪਣਾ। ਤਿਵੇਂ ਹੀ ਉਹ ਜੀਵ ਇਸਤਰੀ ਕੁਲਵੰਤੀ ਹੋ ਜਾਂਦੀ ਹੈ ਜੋ ਸਤਿਗੁਰੂ ਦੇ ਸ਼ਬਦ ਦੁਆਰਾ ਵਿਚਾਰ ਕਰਕੇ ਹਰ ਰੋਜ਼ ਪ੍ਰਭੂ ਦਾ ਸਿਮਰਨ ਕਰਦੀ ਹੈ। ਜਿਸ ਸਤਿਗੁਰ ਮਿਲੈ ਤਿਸ ਭਉ ਪਵੈ ਸਾ ਕੁਲਵੰਤੀ ਨਾਰ। ਸਾ ਹੁਕਮ ਪਛਾਣੈ ਕੰਤ ਕਾ ਜਿਸਨੂੰ ਕਿਰਪਾ ਕੀਤੀ ਕਰਤਾਰ। ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਹਦੇ ਅੰਦਰ ਪ੍ਰਮਾਤਮਾ ਦਾ ਡਰ ਪੈਦਾ ਹੋ ਜਾਂਦਾ ਹੈ। ਜਿਸ ਸਤਿਗੁਰ ਮਿਲੈ ਤਿਸ ਭਉ ਪਵੈ ਸਾ ਕੁਲਵੰਤੀ ਨਾਰ। ਅਤੇ ਜਿਸ ਦੇ ਅੰਦਰ ਸਤਿਗੁਰੂ ਨੂੰ ਮਿਲ ਕੇ ਪ੍ਰਮਾਤਮਾ ਦਾ ਡਰ ਪੈਦਾ ਹੋ ਜਾਵੇ ਉਸ ਜੀਵ ਇਸਤਰੀ ਨੂੰ ਕੁਲਵੰਤੀ ਯਾਨੀ ਕਿ ਉੱਚੀ ਜਾਤ ਵਾਲੀ ਸਮਝ ਲੈਣਾ ਚਾਹੀਦਾ ਹੈ। ਸਾ ਹੁਕਮ ਪਛਾਣੈ ਕੰਤ ਕਾ। ਉਹ ਖਸਮ ਪ੍ਰਭੂ ਦਾ ਹੁਕਮ ਸਮਝ ਲੈਂਦੀ ਹੈ। ਪਰ ਇਹ ਸਭ ਕੁਝ ਉਹੀ ਜੀਵ ਇਸਤਰੀ ਹਾਸਲ ਕਰ ਸਕਦੀ ਹੈ ਜਿਸ 'ਤੇ ਪ੍ਰਭੂ ਕਰਤਾਰ ਆਪ ਮਿਹਰ ਕਰੇ, ਜਿਸ ਨੂੰ ਕਿਰਪਾ ਕੀਤੀ ਕਰਤਾਰ। ਸੋ ਇਹਨਾਂ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਸਾਨੂੰ ਉਸ ਪਰਮਾਤਮਾ ਦੇ ਡਰ ਵਿੱਚ ਰਹਿਣ ਦਾ ਸੁਝਾਅ ਦੇ ਰਹੇ ਹਨ ਕਿ ਸਾਨੂੰ ਉਸ ਪ੍ਰਭੂ ਦੇ ਡਰ ਅਦਬ ਵਿੱਚ ਰਹਿਣਾ ਚਾਹੀਦਾ ਹੈ। ਇਸੇ ਸ਼ਲੋਕ ਦੀਆਂ ਅਗਲੀਆਂ ਪੰਕਤੀਆਂ ਦੇ ਵਿੱਚ ਇਸ ਡਰ ਦੇ ਵਿੱਚ ਰਹਿਣ ਦੇ ਫਾਇਦੇ ਵੀ ਗੁਰੂ ਸਾਹਿਬ ਸਾਨੂੰ ਦੱਸਣਗੇ। ਉਹ ਕੁਚੱਜੀ ਕੁਲੱਖਣੀ ਪਰ ਹਰ ਛੋਡੀ ਪਤਾਰ। ਹੁਣ ਤੱਕ ਇੱਕ ਕੁਲਵੰਤੀ ਜੀਵ ਇਸਤਰੀ ਦੀ ਗੱਲ ਹੋ ਰਹੀ ਸੀ ਅਤੇ ਇਹਨਾਂ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਦੂਜੇ ਪਾਸੇ
ਜਿਸ ਨੂੰ ਖਸਮ ਨੇ ਛੁੱਟੜ ਛੱਡ ਦਿੱਤਾ ਹੋਵੇ ਉਹ ਇਸਤਰੀ ਕੁਚੱਜੀ ਤੇ ਖੋਟੇ ਲੱਛਣਾਂ ਵਾਲੀ ਹੁੰਦੀ ਹੈ। ਭੈ ਪਈਐ ਮਲ ਕੱਟੀਐ ਨਿਰਮਲ ਹੋਵੈ ਸਰੀਰ, ਅੰਤਰ ਪ੍ਰਗਾਸ ਮਤ ਉੱਤਮ ਹੋਵੈ ਹਰ ਜਪ ਗੁਣੀ ਗਹੀਰ। ਜੇ ਹਿਰਦੇ ਵਿੱਚ ਪ੍ਰਭੂ ਦਾ ਡਰ ਆ ਵਸੇ, ਭੈ ਪਈਐ ਮਲ ਕੱਟੀਐ, ਤਾਂ ਮਨ ਦੀ ਮੈਲ ਕੱਟੀ ਜਾਂਦੀ ਹੈ। ਇੱਕ ਇਨਸਾਨ ਹੈ, ਉਹਦੇ ਮਨ ਵਿੱਚ ਮੰਦੇ ਖਿਆਲ ਆ ਰਹੇ ਨੇ, ਉਹਨੂੰ ਕਿਸੇ ਦਾ ਕੋਈ ਡਰ ਡੁੱਕਰ ਨਹੀਂ, ਕਿਉਂਕਿ ਕੋਈ ਇਨਸਾਨ ਤੇ ਦੂਜੇ ਦੇ ਮਨ ਦੇ ਵਿੱਚ ਝਾਕ ਕੇ ਵੇਖ ਨਹੀਂ ਸਕਦਾ ਕਿ ਉੱਥੇ ਕੀ ਚੱਲ ਰਿਹਾ ਹੈ। ਸੋ ਅਸੀਂ ਆਪਣੇ ਮਨ ਦੇ ਵਿੱਚ ਤੇ ਜੋ ਮਰਜ਼ੀ ਘਾੜਤਾਂ ਘੜੀ ਜਾਈਏ, ਜਿੰਨੇ ਮਰਜ਼ੀ ਮੰਦੇ ਖਿਆਲ ਸੋਚੀ ਜਾਈਏ, ਕੋਈ ਸਾਨੂੰ ਡਰਾ ਨਹੀਂ ਸਕਦਾ, ਕੋਈ ਸਾਨੂੰ ਰੋਕ ਨਹੀਂ ਸਕਦਾ। ਪਰ ਜੇ ਮੰਦੇ ਖਿਆਲ ਲਗਾਤਾਰ ਸੋਚਦੇ ਹੀ ਜਾਵਾਂਗੇ ਤਾਂ ਕਿਸੇ ਦਿਨ ਉਹਨਾਂ ਖਿਆਲਾਂ ਦੇ ਉੱਤੇ ਐਕਟ ਵੀ ਕਰ ਬੈਠਾਂਗੇ, ਉਹਨਾਂ ਖਿਆਲਾਂ ਨੂੰ ਕਿਸੇ ਦਿਨ ਹਕੀਕਤ ਵੀ ਬਣਾ ਬੈਠਾਂਗੇ। ਅਜਿਹੇ ਦੇ ਵਿੱਚ ਜਦੋਂ ਅਸੀਂ ਉਸ ਪ੍ਰਮਾਤਮਾ ਦੇ ਡਰ ਵਿੱਚ ਰਹਿੰਦੇ ਹਾਂ, ਤਾਂ ਜਦੋਂ ਕਦੇ ਕੋਈ ਮੰਦਾ ਖਿਆਲ ਸਾਡੇ ਮਨ ਵਿੱਚ ਆ ਵੀ ਜਾਵੇ ਤੇ ਅਸੀਂ ਇਹ ਨਹੀਂ ਸੋਚਦੇ ਕਿ ਕੋਈ ਗੱਲ ਨਹੀਂ, ਇਸ ਖਿਆਲ ਨੂੰ ਥੋੜ੍ਹਾ ਸੋਚ ਕੇ ਵੇਖਦੇ ਹਾਂ ਕਿਹੜਾ ਕੋਈ ਵੇਖ ਰਿਹਾ ਹੈ, ਖਿਆਲ ਹੀ ਤਾਂ ਹੈ। ਬਲਕਿ ਉਸ ਵਕਤ ਫਿਰ ਸਾਡੇ ਮਨ ਵਿੱਚ ਇਹ ਆਉਂਦਾ ਹੈ ਕਿ ਇਹ ਮੰਦਾ ਖਿਆਲ ਆਇਆ ਤੇ ਪ੍ਰਮਾਤਮਾ ਦੇਖ ਰਿਹਾ ਕਿ ਮੇਰੇ ਮਨ ਵਿੱਚ ਇਹ ਮੰਦਾ ਖਿਆਲ ਚੱਲ ਰਿਹਾ ਹੈ। ਅਸੀਂ ਉਸ ਗੱਲ ਨੂੰ ਉੱਥੇ ਹੀ ਠੱਪ ਕਰ ਦਿੰਦੇ ਹਾਂ, ਉਸ ਖਿਆਲ ਨੂੰ ਉੱਥੇ ਹੀ ਇੱਕ ਤਰ੍ਹਾਂ ਨਾਲ ਭੁੱਲ ਜਾਂਦੇ ਹਾਂ, ਅੱਗੇ ਨਹੀਂ ਵਧਾਉਂਦੇ ਉਸ ਖਿਆਲ ਦੇ ਉੱਪਰ। ਇਹ ਕਹਿ ਲਓ ਕਿ ਉਹ ਖਿਆਲ ਇੱਕ ਨੀਂਹ ਹੈ, ਇੱਕ ਛੋਟਾ ਜਿਹਾ ਖਿਆਲ ਸਾਡੇ ਮਨ 'ਚ ਆਉਂਦਾ, ਨੋਰਮਲੀ ਅਸੀਂ ਉਹਦੇ 'ਤੇ ਉਸ ਨੀਂਹ ਦੇ ਉੱਤੇ ਇਮਾਰਤ ਉਸਾਰ ਲੈਂਦੇ ਹਾਂ। ਪਰ ਜਦੋਂ ਅਸੀਂ ਪ੍ਰਭੂ ਦੇ ਡਰ ਅਦਬ ਵਿੱਚ ਹੋਈਏ ਅਤੇ ਜੇ ਉਹ ਖਿਆਲ ਕੋਈ ਮੰਦਾ ਮਨ ਵਿੱਚ ਆ ਵੀ ਜਾਵੇ ਅਤੇ ਅਸੀਂ ਉਹਨੂੰ ਉੱਥੇ ਹੀ ਸਮਾਪਤ ਕਰ ਦਿੰਦੇ ਹਾਂ, ਭੁੱਲ ਜਾਂਦੇ ਹਾਂ, ਉਹਦੇ 'ਤੇ ਉੱਪਰ ਕੋਈ ਇਮਾਰਤ ਨਹੀਂ ਸਾਜਦੇ। ਇਸੇ ਲਈ ਗੁਰੂ ਸਾਹਿਬ ਕਹਿੰਦੇ ਨੇ, ਭੈ ਪਈਐ ਮਲ ਕੱਟੀਐ, ਕਿ ਜਦੋਂ ਪ੍ਰਭੂ ਦਾ ਡਰ ਸਾਡੇ ਹਿਰਦੇ 'ਚ ਆ ਵਸੇ ਅਤੇ ਸਾਡਾ ਮਨ ਉਹਦੀ ਮੈਲ ਕੱਟੀ ਜਾਂਦੀ ਹੈ। ਨਿਰਮਲ ਹੋਵੈ ਸਰੀਰ, ਸਾਡਾ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ। ਅੰਤਰ ਪ੍ਰਗਾਸ ਮਤ ਉੱਤਮ ਹੋਵੈ ਹਰ ਜਪ ਗੁਣੀ ਗਹੀਰ, ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਦਾ ਸਿਮਰਨ ਕਰਕੇ ਸਾਡੇ ਅੰਦਰ ਚਾਨਣ ਹੋ ਜਾਂਦਾ ਹੈ, ਸਾਡੀ ਮਤ ਉਜਲੀ ਹੋ ਜਾਂਦੀ ਹੈ। ਭੈ ਵਿੱਚ ਬੈਸੈ ਭੈ ਰਹੈ, ਭੈ ਵਿੱਚ ਕਮਾਵੈ ਕਾਰ, ਇੱਥੈ ਸੁਖ ਵਡਿਆਈਆਂ ਦਰਗਹਿ ਮੋਖ ਦੁਆਰ। ਉਜਲੀ ਮੱਤ ਵਾਲੀ ਜੀਵ ਇਸਤਰੀ ਪ੍ਰਮਾਤਮਾ ਦੇ ਡਰ ਅਦਬ ਵਿੱਚ ਹੀ ਬੈਠਦੀ ਹੈ, ਡਰ ਵਿੱਚ ਹੀ ਰਹਿੰਦੀ ਹੈ, ਡਰ ਵਿੱਚ ਹੀ ਕਿਰਤਕਾਰ ਕਰਦੀ ਹੈ, ਭਾਵ ਕਿ ਉਹ ਕੁਝ ਵੀ ਕਰ ਰਹੀ ਹੋਵੇ ਚੱਤੋ ਪਹਿਰ 24/7 ਹਰ ਪਲ ਉਹਦੇ ਮਨ ਵਿੱਚ ਇਹ ਖਿਆਲ ਹੁੰਦਾ ਹੈ ਕਿ ਪ੍ਰਮਾਤਮਾ ਮੈਨੂੰ ਵੇਖ ਰਿਹਾ। ਜਦੋਂ ਮਨ ਵਿੱਚ ਇਹ ਖਿਆਲ ਪੱਕਾ ਹੋ ਜਾਵੇ ਤਾਂ ਮੰਦੇ ਕਰਮਾਂ ਤੋਂ ਇਨਸਾਨ ਆਪਣੇ ਆਪ ਹੀ ਬਚ ਜਾਂਦਾ ਹੈ। ਅਜਿਹੀ ਜੀਵ ਇਸਤਰੀ ਨੂੰ ਇੱਥੈ ਸੁੱਖ ਵਡਿਆਈਆਂ ਦਰਗਾਹ ਮੋਖ ਦੁਆਰ, ਜਿਸ ਨੂੰ ਹਰ ਪਲ ਉਸ ਪ੍ਰਮਾਤਮਾ ਦਾ ਡਰ ਅਦਬ ਰਹੇ, ਉਹਨੂੰ ਇਸ ਜੀਵਨ ਦੇ ਵਿੱਚ ਵੀ ਆਦਰ ਸੁੱਖ ਮਿਲਦਾ ਹੈ ਅਤੇ ਪ੍ਰਭੂ ਦੀ ਹਜ਼ੂਰੀ ਦਾ ਦਰਵਾਜ਼ਾ ਵੀ ਉਹਦੇ ਲਈ ਖੁੱਲ੍ਹ ਜਾਂਦਾ ਹੈ। ਭੈ ਤੇ ਨਿਰਭਉ ਪਾਈਐ ਮਿਲ ਜੋਤੀ ਜੋਤ ਅਪਾਰ, ਨਾਨਕ ਖਸਮੈ ਭਾਵੈ ਸਾ ਭਲੀ, ਜਿਸਨੂੰ ਆਪੇ ਬਖਸ਼ੇ ਕਰਤਾਰ। ਬੇਅੰਤ ਪ੍ਰਭੂ ਦੀ ਜੋਤ ਵਿੱਚ ਆਤਮਾ ਜੋੜਨ ਦੇ ਨਾਲ ਅਤੇ ਉਸ ਦੇ ਡਰ ਵਿੱਚ ਰਹਿਣ ਦੇ ਨਾਲ ਉਹ ਪ੍ਰਮਾਤਮਾ ਮਿਲ ਪੈਂਦਾ ਹੈ ਜੋ ਖੁਦ ਨਿਰਭਉ ਹੈ, ਜਿਸ ਨੂੰ ਕਿਸੇ ਦਾ ਡਰ ਨਹੀਂ ਹੈ। ਪਰ ਹੇ ਨਾਨਕ, ਜਿਸ ਨੂੰ ਕਰਤਾਰ ਆਪ ਬਖਸ਼ਿਸ਼ ਕਰੇ, ਉਹੀ ਜੀਵ ਇਸਤਰੀ ਖਸਮ ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਉਹੀ ਚੰਗੀ ਹੈ। ਸਾਡੇ ਹੱਥ ਵੱਸ ਨਹੀਂ ਕਿ ਅਸੀਂ ਪ੍ਰਭੂ ਦੇ ਡਰ ਨੂੰ ਆਪਣੇ ਹਿਰਦੇ ਵਿੱਚ ਵਸਾ ਸਕਦੇ ਹਾਂ ਜਾਂ ਨਹੀਂ। ਪ੍ਰਭੂ ਹੀ ਸਾਡੇ 'ਤੇ ਮਿਹਰ ਕਰੇ ਤੇ ਇਹ ਹੋ ਸਕਦਾ ਹੈ। ਮਹਿਲਾ ਤੀਜਾ। ਸਦਾ ਸਦਾ ਸਾਲਾਹੀਐ ਸੱਚੇ ਕੋ ਬਲ ਜਾਓ, ਨਾਨਕ ਏਕ ਛੋੜ ਦੂਜਾ ਲੱਗੈ, ਸਾ ਜਿਹਵਾ ਜਲ ਜਾਓ। ਗੁਰੂ ਸਾਹਿਬ ਕਹਿੰਦੇ, ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਹੀ ਸਦਾ ਸਿਫਤ ਸਲਾਹ ਕਰਨੀ ਚਾਹੀਦੀ ਹੈ,
ਮੈਂ ਪ੍ਰਭੂ ਤੋਂ ਸਦਕੇ ਹਾਂ, ਪਰ ਹੇ ਨਾਨਕ ਉਹ ਜੀਵ ਸੜ ਜਾਏ ਜੋ ਇੱਕ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਦੀ ਯਾਦ ਵਿੱਚ ਲੱਗੇ। ਪੌੜੀ ਆਂਛਾ ਅਵਤਾਰ ਉਪਾਇਉਨ ਭਾਉ ਦੂਜਾ ਕੀਆ, ਜਿਉ ਰਾਜੇ ਰਾਜ ਕਮਾਵਦੇ ਦੁੱਖ ਸੁਖ ਭਿੜਿਆ। ਇਹਨਾਂ ਪੰਕਤੀਆਂ ਦੇ ਵਿੱਚ ਗੱਲ ਕਰਦੇ ਹਨ ਗੁਰੂ ਸਾਹਿਬ ਦੇਵਤਿਆਂ ਦੀ। ਕਹਿੰਦੇ ਦੇਵਤੇ ਆਦਿਕਾਂ ਦਾ ਵੀ ਜਨਮ ਪ੍ਰਭੂ ਨੇ ਆਪ ਹੀ ਕੀਤਾ ਹੈ, ਜਿਵੇਂ ਕਿ ਇਸ ਸ੍ਰਿਸ਼ਟੀ ਦੇ ਹੋਰਨਾਂ ਅਨੇਕਾਂ ਹੀ ਜੀਵਾਂ ਦਾ ਕੀਤਾ ਹੈ, ਹੋਰਨਾਂ ਅਨੇਕਾਂ ਹੀ ਮਨੁੱਖਾਂ ਦਾ ਕੀਤਾ ਹੈ। ਉਸੇ ਤਰ੍ਹਾਂ ਹੀ ਦੇਵਤਿਆਂ ਦਾ ਜਨਮ ਵੀ ਪ੍ਰਭੂ ਨੇ ਆਪ ਹੀ ਕੀਤਾ ਹੈ, ਅਤੇ ਮਾਇਆ ਦਾ ਮੋਹ ਵੀ ਉਸ ਪਰਮਾਤਮਾ ਨੇ ਆਪ ਹੀ ਬਣਾਇਆ ਹੈ। ਉਹ ਦੇਵਤੇ ਵੀ ਰਾਜਿਆਂ ਵਾਂਗ ਰਾਜ ਕਰਦੇ ਰਹੇ ਅਤੇ ਦੁੱਖਾਂ ਸੁੱਖਾਂ ਦੀ ਖਾਤਰ ਲੜਦੇ ਰਹੇ। ਜਿਉਂ ਰਾਜੇ ਰਾਜ ਕਮਾਵਦੇ ਦੁੱਖ ਸੁਖ ਭਿੜਿਆ। ਈਸ਼ਰ ਬ੍ਰਹਮਾ ਸੇਵਦੇ ਅੰਤ ਤਿਨੀ ਨਾ ਲਹੀਆ, ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟਿਆ। ਬ੍ਰਹਮਾ ਤੇ ਸ਼ਿਵ ਵਰਗੇ ਵੱਡੇ ਵੱਡੇ ਦੇਵਤੇ ਪ੍ਰਭੂ ਨੂੰ ਸਿਮਰਦੇ ਰਹੇ, ਪਰ ਉਹਨਾਂ ਨੇ ਵੀ ਇਸ ਪਰਮਾਤਮਾ ਦੀ ਅਜਬ ਖੇਡ ਦਾ ਭੇਦ ਨਹੀਂ ਲੱਭਿਆ। ਉਹ ਵੀ ਪਰਮਾਤਮਾ ਦੀ ਖੇਡ ਨੂੰ ਸਮਝ ਨਹੀਂ ਪਾਈ। ਪਰਮਾਤਮਾ ਨਿਡਰ ਹੈ, ਆਕਾਰ ਰਹਿਤ ਹੈ ਅਤੇ ਲਖਿਆ ਨਹੀਂ ਜਾ ਸਕਦਾ। ਭਾਵ ਕਿ ਪਰਮਾਤਮਾ ਦੀ ਤਾਕਤ ਦਾ, ਪਰਮਾਤਮਾ ਦੇ ਆਕਾਰ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਪਰਮਾਤਮਾ ਨੂੰ ਸ਼ਬਦਾਂ ਵਿੱਚ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਬਸ ਜੋ ਗੁਰਮੁਖ ਹੋ ਜਾਏ ਉਹਦੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਪਰਮਾਤਮਾ ਦੇ ਗੁਣ ਉਸ ਇਨਸਾਨ ਦੇ ਵਿੱਚ ਆ ਜਾਂਦੇ ਨੇ। ਤਿੱਥੈ ਸੋਗ ਵਿਜੋਗ ਨਾ ਵਿਆਪਈ, ਅਸਥਿਰ ਜਗ ਥੀਆ। ਗੁਰਮੁਖ ਅਵਸਥਾ ਵਿੱਚ ਚਿੰਤਾ ਤੇ ਪ੍ਰਭੂ ਨਾਲੋਂ ਵਿਛੋੜਾ ਦਬਾ ਨਹੀਂ ਪਾ ਸਕਦੇ। ਗੁਰਮੁਖ ਜਗਤ ਵਿੱਚ ਮਾਇਆ ਦੇ ਮੋਹ ਵੱਲੋਂ ਅਡੋਲ ਰਹਿੰਦਾ ਹੈ। ਸ਼ਲੋਕ ਮਹਿਲਾ ਤੀਜਾ। ਇਹ ਸਭ ਕਿਛ ਆਵਣ ਜਾਣ ਹੈ, ਜੇਤਾ ਹੈ ਆਕਾਰ। ਜਿਨ ਇਹ ਲੇਖਾ ਲਿਖਿਆ, ਸੋ ਹੋਆ ਪਰਵਾਨ। ਜਿਤਨਾ ਇਹ ਜਗਤ ਦਿਸ ਰਿਹਾ ਹੈ, ਇਹ ਸਭ ਕੁਛ ਆਵਣ ਜਾਣ ਹੈ। ਸਾਰਾ ਕੁਝ ਹੀ ਆਉਣ ਜਾਣ ਵਾਲਾ ਹੈ, ਕੁਝ ਵੀ ਸਥਿਰ ਨਹੀਂ ਹੈ। ਹਰ ਚੀਜ਼ ਹੌਲੀ ਹੌਲੀ ਖਤਮ ਹੋ ਰਹੀ ਹੈ। ਇਹ ਖਤਮ ਹੋਣ ਦੀ ਪ੍ਰਕਿਰਿਆ ਕਿਸੇ ਚੀਜ਼ ਦੀ, ਕਿਸੇ ਜੀਵ ਦੀ ਤੇਜ਼ੀ ਨਾਲ ਚੱਲਦੀ ਹੈ, ਕਿਸੇ ਦੀ ਹੌਲੀ ਹੌਲੀ ਚੱਲਦੀ ਹੈ, ਪਰ ਸਥਿਰ ਕੁਛ ਨਹੀਂ, ਸਥਾਈ ਕੁਝ ਨਹੀਂ। ਜਿਤਨਾ ਕੁਝ ਵੀ ਸਾਨੂੰ ਦਿਖਦਾ ਹੈ, ਸਭ ਕੁਝ ਹੀ ਆਉਣ ਜਾਣ ਵਾਲਾ ਹੈ। ਸੋ ਇਸ ਜਿਤਨੇ ਕੁਝ ਦੇ ਵਿੱਚ ਧਨ ਪਦਾਰਥ, ਮਲਕੀਅਤਾਂ ਵੀ ਆ ਜਾਂਦੀਆਂ ਨੇ, ਜਿਨ੍ਹਾਂ ਦਾ ਕਿ ਅਕਸਰ ਹੀ ਮਨੁੱਖ ਮਾਣ ਕਰ ਬੈਠਦੇ ਨੇ। ਜਿਨ ਇਹ ਲੇਖਾ ਲਿਖਿਆ, ਸੋ ਹੋਆ ਪ੍ਰਵਾਨ। ਜਿਸ ਮਨੁੱਖ ਨੇ ਇਹ ਗੱਲ ਸਮਝ ਲਈ ਕਿ ਇੱਥੇ ਸਭ ਕੁਝ ਹੀ ਅਸਥਾਈ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੁੰਦਾ ਹੈ। ਨਾਨਕ ਜੇ ਕੋ ਆਪ ਗਣਾਏਂਦਾ, ਸੋ ਮੂਰਖ ਗਵਾਰ। ਪਰ ਹੇ ਨਾਨਕ, ਇਸ ਆਕਾਰ ਦੇ ਆਸਰੇ, ਜਾਣੀ ਕਿ ਧਨ ਪਦਾਰਥ, ਮਲਕੀਅਤਾਂ ਦੇ ਆਸਰੇ ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾਵੇ, ਆਪਣੇ ਆਪ ਨੂੰ ਗਣਾਵੇ, ਆਪਣੀਆਂ ਮਲਕੀਅਤਾਂ ਦਾ ਮਾਣ ਕਰੇ, ਤਾਂ ਇਹ ਸਮਝ ਲੈਣਾ ਚਾਹੀਦਾ ਕਿ ਉਹ ਮੂਰਖ ਹੈ, ਗਵਾਰ ਹੈ। ਮਹਿਲਾ ਤੀਜਾ। ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ, ਜਾਂ ਖਿੰਚੇ ਤਹਾਂ ਜਾਏ। ਨਾਨਕ ਹਸਤੀ ਕੁੰਡੇ ਬਾਹਰਾ, ਫਿਰ ਫਿਰ ਉਜੜ ਪਾਏ। ਗੁਰੂ ਸਾਹਿਬ ਕਹਿੰਦੇ ਇਹ ਮਨ ਮਾਨੋ ਹਾਥੀ ਹੈ। ਜੇ ਸਤਿਗੁਰੂ ਇਸ ਦਾ ਮੁਹਾਵਤ ਬਣੇ, ਹਾਥੀ ਨੂੰ ਚਲਾਉਣ ਵਾਲਾ ਬਣੇ, ਤੇ ਗੁਰੂ ਦੀ ਦਿੱਤੀ ਹੋਈ ਮੱਤ ਇਸ ਹਾਥੀ ਦੇ ਸਿਰ 'ਤੇ ਪਾਇਆ ਹੋਇਆ ਕੁੰਡਾ ਹੋਵੇ, ਤਾਂ ਇਹ ਮਨ ਉੱਧਰ ਹੀ ਜਾਂਦਾ ਹੈ ਜਿੱਧਰ ਨੂੰ ਗੁਰੂ ਇਸ ਨੂੰ ਤੋਰਦਾ ਹੈ। ਹਾਥੀ ਜੋ ਹੈ ਮੁਹਾਵਤ ਦੇ ਕਹਿਣੇ ਵਿੱਚ ਹੁੰਦਾ ਹੈ। ਜਿਹੜੇ ਪਾਸੇ ਨੂੰ ਮੁਹਾਵਤ ਉਸ ਹਾਥੀ ਨੂੰ ਮੋੜੇ, ਹਾਥੀ ਉਸ ਪਾਸੇ ਨੂੰ ਮੁੜ ਪੈਂਦਾ ਹੈ। ਅਤੇ ਗੁਰੂ ਸਾਹਿਬ ਕਹਿੰਦੇ ਜੇ ਸਾਡਾ ਮਨ ਹਾਥੀ ਹੈ, ਤਾਂ ਅਸੀਂ ਗੁਰੂ ਨੂੰ ਮੁਹਾਵਤ ਬਣਾਈਏ,
ਗੁਰੂ ਦੀਆਂ ਸਿੱਖਿਆਵਾਂ ਨੂੰ ਆਪਣੇ ਮਨ ਰੂਪ ਹਾਥੀ ਦੇ ਸਿਰ 'ਤੇ ਪਾਇਆ ਹੋਇਆ ਕੁੰਡਾ ਬਣਾਈਏ। ਫਿਰ ਗੁਰੂ ਦੀਆਂ ਸਿੱਖਿਆਵਾਂ, ਗੁਰੂ ਜਿੱਧਰ ਨੂੰ ਸਾਨੂੰ ਮੋੜੇਗਾ ਅਸੀਂ ਉੱਧਰ ਨੂੰ ਹੀ ਮੁੜਾਂਗੇ। ਪਰ ਹੇ ਨਾਨਕ, ਕੁੰਡੇ ਤੋਂ ਬਿਨਾਂ ਹਾਥੀ ਮੁੜ ਕੁਰਾਏ ਪੈਂਦਾ ਹੈ। ਇਸੇ ਤਰ੍ਹਾਂ ਹੀ ਗੁਰੂ ਦੀਆਂ ਸਿੱਖਿਆਵਾਂ ਤੋਂ ਵਾਂਝਾ ਮਨੁੱਖੀ ਮਨ ਇੱਧਰ ਉੱਧਰ ਭਟਕਦਾ ਫਿਰਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 516ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਇਸ ਅੰਗ ਦੀ ਗੁਰਬਾਣੀ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਢਾਡੀ ਦੀ ਪਰਿਭਾਸ਼ਾ ਦਿੱਤੀ ਕਿ ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਨਾਲ ਪ੍ਰੇਮ ਦੇ ਵਿੱਚ ਰਵੇ, ਪਿਆਰ ਦੇ ਵਿੱਚ ਰਵੇ, ਉਹ ਢਾਡੀ ਅਖਵਾ ਸਕਦਾ ਹੈ। ਅਤੇ ਢਾਡੀ ਪ੍ਰਭੂ ਦੀ ਸੇਵਾ ਰੂਪ, ਸਿਮਰਨ ਰੂਪ ਹੀ ਚਾਕਰੀ ਕਰਦਾ ਹੈ। ਪ੍ਰਭੂ ਦੇ ਡਰ ਦੇ ਬਾਰੇ 'ਚ ਗੁਰੂ ਸਾਹਿਬ ਨੇ ਗੱਲ ਕੀਤੀ ਕਿ ਸਾਨੂੰ ਉਸ ਪਰਮਾਤਮਾ ਦੇ ਡਰ ਵਿੱਚ ਰਹਿਣਾ ਚਾਹੀਦਾ ਤਾਂ ਕਿ ਅਸੀਂ ਮੰਦੇ ਖਿਆਲਾਂ ਨੂੰ ਆਉਂਦਿਆਂ ਹੀ ਦਬੋਚ ਸਕੀਏ, ਉਹਨਾਂ ਦੇ ਉੱਪਰ ਗਾਂਹ ਕੋਈ ਮਹਿਲ ਨਾ, ਇਮਾਰਤਾਂ ਨਾ ਉਸਾਰੀਏ। ਤੀਸਰੀ ਗੱਲ ਗੁਰੂ ਸਾਹਿਬ ਨੇ ਸਾਨੂੰ ਦੇਵਤਿਆਂ ਬਾਰੇ ਦੱਸੀ ਕਿ ਉਹ ਦੇਵਤੇ ਵੀ ਬਾਕੀ ਜੀਵਾਂ ਵਾਂਗ ਉਸ ਪਰਮਾਤਮਾ ਨੇ ਹੀ ਪੈਦਾ ਕੀਤੇ, ਅਤੇ ਉਹ ਦੇਵਤੇ ਵੀ ਰਾਜਿਆਂ ਵਾਂਗ ਲੜਦੇ ਭਿੜਦੇ ਰਹੇ ਆਪਸ ਦੇ ਵਿੱਚ ਰਾਜ ਭਾਗ ਹਾਸਲ ਕਰਨ ਦੇ ਲਈ। ਸੋ ਉਮੀਦ ਕਰਦੇ ਹਾਂ ਇਹ ਗੱਲਾਂ ਤੁਹਾਨੂੰ ਜ਼ਰੂਰ ਸਮਝ ਆਈਆਂ ਹੋਣਗੀਆਂ। ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਹੇ ਪਰਮਾਤਮਾ, ਸਾਡੇ 'ਤੇ ਮਿਹਰ ਕਰ, ਤੇਰਾ ਡਰ ਸਾਡੇ ਹਿਰਦਿਆਂ ਦੇ ਵਿੱਚ ਬਣਿਆ ਰਹੇ ਅਤੇ ਅਸੀਂ ਵੀ ਤੇਰੇ ਢਾਡੀ ਬਣ ਪਾਈਏ। ਬਹੁਤ ਵਡਭਾਗੇ ਹੋਵਾਂਗੇ। ਇਸੇ ਅਰਦਾਸ ਬੇਨਤੀ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਕਰਦੇ ਹਾਂ ਜੀ ਸਮਾਪਤੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।